ਜਦੋਂ ਮਾਂ ਦਾ ਮੰਜਾ ਖਾਲੀ ਦੇਖਦੇ ਹਾਂ ਤਾਂ ਕਾਲਜੇ ਧੂ ਪੈਂਦੀ ਆ। ਇੰਨਾ ਹੀ ਆਪਣੱਤ ਸਿਖਾਈ ਉਹਨਾਂ ਨੂੰ ਕਿ ਅੱਜ ਇਸ ਭੋਗ ਦੇ ਉੱਪਰ ਜਿੰਨਾ ਇਕੱਠ ਹੋਇਆ ਉਹ ਇਸ ਗੱਲ ਦਾ ਸਬੂਤ ਆ ਕਿ ਇਹ ਪਰਿਵਾਰ ਦੇ ਵਿੱਚ ਆਪਣੱਤ ਤੇ ਪਿਆਰ ਕਿੰਨੀ ਸੀ ਜਿਹੜੀ ਲੋਕਾਂ ਲਈ ਉਹ ਨਿਸ਼ਾਵਰ ਕਰਦੇ ਸੀਗੇ। शायद यही एक रीज़न सी ਜਿਹੜਾ ਉਹ ਸਾਡੇ ਸਾਰਿਆਂ ਨੂੰ ਅਲਵਿਦਾ ਕਹਿ ਕੇ ਜਲਦੀ ਚਲਾ ਗਿਆ, ਪਰ ਉਸ ਦੀ ਯਾਦ, ਉਸ ਦੇ ਸੁਨੇਹੇ ਹਰ ਇੱਕ ਨੌਜਵਾਨ ਦੇ ਦਿਲ ਦੇ ਵਿੱਚ ਨੇ। ਆਸਰਾ ਜਿਹੜਾ ਹਮੇਸ਼ਾ ਚਾਹੀਦਾ ਸਿਰ ਤੇ, ਜਾਂ ਜਿੰਨੇ ਮਰਜ਼ੀ ਬਜ਼ੁਰਗ ਹੋ ਜਾਣ, ਹਮੇਸ਼ਾ ਸਿਰ ਤੇ ਉਹਨਾਂ ਦਾ ਆਸਰਾ, ਉਹਨਾਂ ਦਾ ਆਸ਼ੀਰਵਾਦ ਬਣਿਆ ਰਹਿਣਾ ਚਾਹੀਦਾ। ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਤੁਹਾਡੇ ਮਾਧਿਅਮ ਰਾਹੀਂ, ਯਾਰ ਵਿਆਹ ਤੇ ਭੋਗ ਦੇ ਵਿੱਚ ਫਰਕ ਹੋਣਾ ਚਾਹੀਦਾ ਹੈ ਨਾ। ਸੋ ਜਿੰਨੇ ਵੀ ਇੱਥੇ ਘੱਟੋ ਘੱਟ ਯਾਰ ਫੋਟੋਆਂ ਨਾ ਕਰਾਓ। ਦੇਖੋ ਜੀ, ਦੁਨੀਆ 'ਚ ਜਦੋਂ ਵੀ ਕੋਈ ਆਉਂਦਾ ਹੈ ਸਭ ਤੋਂ ਪਹਿਲਾਂ ਸਪਰਸ਼ ਸਭ ਤੋਂ ਪਹਿਲਾਂ ਵੇਖਦਾ ਕਿਹਨੂੰ, ਆਪਦੀ ਮਾਂ ਨੂੰ, ਹੈ ਨਾ ਜੀ। ਤੇ ਮਾਪਿਓ ਤੋਂ ਉੱਤੇ ਕੁਝ ਹੁੰਦਾ ਹੀ ਨਹੀਂ। ਇੱਕੋ ਇੱਕ ਮਾਂ ਹੀ ਹੈ ਜਿਹੜੀ ਕੁੱਟਦੀ ਵੀ ਹੈ ਤੇ ਫਿਰ ਕੁੱਟ ਕੇ ਚੂਰੀ ਵੀ ਖਵਾਉਂਦੀ ਹੈ। ਸਭ ਤੋਂ ਛੋਟਾ ਹੁੰਦਾ ਨਾ, ਉਹਨੂੰ ਆਪਾਂ ਪੇਟ ਘਰੋੜੀ ਦਾ ਕਹਿੰਦੇ ਆ, ਹੈ ਨਾ। ਤਾਂ ਪੇਟ ਘਰੋੜੀ ਵਾਲੇ ਨਾਲ ਜਿਹੜਾ ਮਾਂ ਦਾ ਮੋਹ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਇੱਕ ਬੀਨੂ ਢਿੱਲੋਂ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ, ਬਟ ਇਹਦੇ ਬਾਵਜੂਦ ਵੀ ਸ਼ਾਇਦ ਉਹਨੂੰ ਇਸੇ ਕਰਕੇ ਹੁਣ ਦੁੱਖ ਵੀ ਹੋ ਰਿਹਾ ਹੋਣਾ ਕਿ ਯਾਰ ਮੈਂ ਮਾਂ ਨੂੰ ਟਾਈਮ ਕਿਉਂ ਨਹੀਂ ਦੇ ਸਕਿਆ। मैं भी अपनी मदर ਨੂੰ ਖੋਇਆ ਔਰ परमात्मा ਕਿਸੇ ਦੀ ਵੀ ਮਾਂ ਨੂੰ ਆਪਣੇ ਕੋਲ ਨਾ ਬੁਲਾਵੇ। ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਮਾਂ। ਜਿਉਂਦੇ ਜੀ ਆਪਾਂ ਨੂੰ ਮਾਂ ਪਿਓ ਦਾ ਬਹੁਤ ਸਾਥ ਰਹਿਣਾ ਚਾਹੀਦਾ। ਆਪਾਂ ਕਿਤੇ ਹੁਣ ਵੀ ਆਪਾਂ ਬਿਜ਼ੀ ਹਾਂ, ਜ਼ਿੰਦਗੀ ਤਾਂ ਚੱਲਦੀ ਰਹਿਣੀ ਹੈ, ਪਰ ਜਿਉਂਦੇ ਜੀ ਮਾਂ ਪਿਓ ਨੂੰ ਜ਼ਰੂਰ ਤੁਸੀਂ ਉਹਨਾਂ ਨਾਲ ਇਨ ਟੱਚ ਰਹੋ। ਜਿੰਨੇ ਮਰਜ਼ੀ ਬਿਜ਼ੀ ਹੋ, ਇਹ ਅਨਮੋਲ ਖਜ਼ਾਨੇ ਨੇ, ਇਹ ਮਸਾਂ ਮਿਲਦੇ ਆ। ਕਰਮਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਮਾਂ। बहुत ਵੱਡਾ ਦੁੱਖ ਆ ਮਾਂ ਦਾ ਜਾਣ ਨਾਲ। ਕੀ ਕਹੋਗੇ? ਦੇਖੋ ਜੀ, ਮਾਂ ਤਾਂ ਇੱਕ ਐਸੀ ਸ਼ਖਸ ਆ ਜਿਹਨੇ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਰੱਖਣਾ ਹੁੰਦਾ। ਜਿਸ ਤਰ੍ਹਾਂ ਅੱਜ ਬੀਨੂ ਜੀ ਨੇ ਕਿਹਾ ਕਿ 66 ਸਾਲ ਤੋਂ ਸਾਡੇ ਇਸ ਪਰਿਵਾਰ ਦੇ ਨਾਲ ਉਹਨਾਂ ਦਾ ਜੋੜ ਹੋਇਆ ਸੀ। 66 ਸਾਲ ਪਹਿਲਾਂ ਪਾਪਾ ਨਾਲ ਜਦੋਂ ਉਹਨਾਂ ਦਾ ਵਿਆਹ ਹੋਇਆ ਸੀਗਾ, ਔਰ ਸਾਰੇ ਬੱਚਿਆਂ ਨੂੰ ਪਿਆਰ ਦੇਣਾ, ਚੰਗੀ ਸ਼ਖਸੀਅਤ ਬਣਾਉਣੀ ਉਹਨਾਂ ਦੀ, ਉਹ ਸਾਰਾ ਕੁਝ ਮਾਂ ਦੀ ਬਦੌਲਤ ਹੈ। ਔਰ ਅੱਜ ਜਿਵੇਂ ਉਹਨਾਂ ਨੇ ਦੱਸਿਆ ਕਿ ਜਦੋਂ ਮਾਂ ਦਾ ਮੰਜਾ ਖਾਲੀ ਦੇਖਦੇ ਹਾਂ ਤਾਂ ਕਾਲਜੇ ਧੂ ਪੈਂਦੀ ਆ। ਸੋ ਕਿੱਡੀ ਵੱਡੀ ਗੱਲ ਉਹਨਾਂ ਨੇ ਕਹੀ ਕਿ ਮੈਨੂੰ ਮਾਂ ਦਾ ਦੁਬਾਰਾ ਮਾਂ ਕਹਿਣ ਲਈ ਮੈਨੂੰ ਦੁਬਾਰਾ ਜਨਮ ਲੈਣਾ ਪਊਗਾ। ਇਸ ਜਨਮ ਦੇ ਵਿੱਚ ਇੱਕੋ ਮਾਂ ਹੁੰਦੀ ਆ ਜਿਹੜੀ ਤੁਹਾਨੂੰ ਪਾਲ ਪੋਸ ਕੇ ਇੱਥੇ ਤੱਕ ਵੱਡਾ ਕਰਦੀ ਆ। ਸੋ ਉਸ ਨੇ ਕਿੰਨੀ ਬੀਨੂ ਨੂੰ, ਬੀਨੂ ਦੇ ਸਾਰੇ ਭਰਾਵਾਂ ਨੂੰ, ਭੈਣਾਂ ਨੂੰ ਇੰਨੀ ਸਿੱਖਿਆ ਦਿੱਤੀ, ਇੰਨਾ ਹੀ ਆਪਣੱਤ ਸਿਖਾਈ ਉਹਨਾਂ ਨੂੰ ਕਿ ਅੱਜ ਇਸ ਭੋਗ ਦੇ ਉੱਪਰ ਜਿੰਨਾ ਇਕੱਠ ਹੋਇਆ ਉਹ ਇਸ ਗੱਲ ਦਾ ਸਬੂਤ ਆ ਕਿ ਇਹ ਪਰਿਵਾਰ ਦੇ ਵਿੱਚ ਆਪਣੱਤ ਤੇ ਪਿਆਰ ਕਿੰਨੀ ਸੀ ਜਿਹੜੀ ਲੋਕਾਂ ਲਈ ਉਹ ਨਿਸ਼ਾਵਰ ਕਰਦੇ ਸੀਗੇ। ਔਰ ਬੀਨੂ ਤਾਂ ਤੁਸੀਂ ਦੇਖਦੇ ਹੀ ਹੋ ਕਿ ਫਿਲਮਾਂ ਦੇ ਵਿੱਚ ਕਿੰਨੇ ਪੰਜਾਬ ਨੂੰ, ਕੀ ਪੰਜਾਬ ਤੋਂ ਬਾਹਰ ਪੰਜਾਬੀਅਤ ਨੂੰ ਸਾਰਿਆਂ ਨੂੰ ਖੁਸ਼ ਕਰਦੇ ਨੇ ਔਰ ਆਪਣੀ ਅਦਾਕਾਰੀ ਦੇ ਨਾਲ। ਸੋ ਅਸੀਂ ਤਾਂ ਅੱਜ ਹੀ ਅਰਦਾਸ ਕਰਨ ਆਏ ਹਾਂ, ਔਰ ਸਭ ਤੋਂ ਵੱਡੀ ਅਰਦਾਸ ਇਹ ਸੀ ਕਿ ਇਸ ਵੇਲੇ ਬੀਨੂ ਦੇ ਫਾਦਰ ਸਾਹਿਬ ਉਹ ਵੀ ਬਹੁਤ ਬਿਮਾਰ ਨੇ, ਹਸਪੀਟਲ 'ਚ ਨੇ। ਉਹਨਾਂ ਲਈ ਜ਼ਿਆਦਾ ਅਰਦਾਸ ਆ ਤੰਦਰੁਸਤੀ ਲਈ ਕਿ ਤੰਦਰੁਸਤ ਹੋਣ ਤੋਂ ਬਾਅਦ ਇਹ ਸਦਮਾ ਸਹਿਣਾ ਬਹੁਤ ਮੁਸ਼ਕਲ ਆ ਉਹਨਾਂ ਲਈ। ਸੋ ਪ੍ਰਮਾਤਮਾ ਅੱਗੇ ਸਾਰੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ, ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਥੈਂਕ ਯੂ ਵੈਰੀ ਮਚ। ਜੀ ਵੀ ਗੱਲ ਕਰ ਲਈ, ਦੀਪ ਦਾ ਵੀ ਹਾਦਸਾ ਹੋਇਆ, ਉਹਨੂੰ ਲੈ ਕੇ ਕੀ ਕਹੋਗੇ? ਬਹੁਤ ਮਾੜੀ ਗੱਲ ਹੋਈ। ਇੱਕ ਐਸਾ ਨੌਜਵਾਨ ਜਿਹੜਾ ਕਿ ਸਾਡੀ ਲਾਈਨ ਦਾ ਸੀ, ਅਦਾਕਾਰ ਸੀ, ਔਰ ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਹੀ ਇੰਨੀ ਪ੍ਰਸਿੱਧੀ ਹਾਸਲ ਕੀਤੀ, ਲੋਕਾਂ ਦਾ ਇੰਨਾ ਪਿਆਰ ਲਿਆ ਉਸ ਇਨਸਾਨ ਨੇ। ਜਿਵੇਂ ਸਿਆਣੇ ਕਹਿੰਦੇ ਆ ਕਿ ਜਿਹਨੂੰ ਲੋਕ ਜ਼ਿਆਦਾ ਪਿਆਰ ਕਰਦੇ ਆ, ਜਿਹਨੂੰ ਰੱਬ ਜ਼ਿਆਦਾ ਪਿਆਰ ਕਰਦਾ, ਉਹ ਬਹੁਤੀ ਦੇਰ ਇਸ ਧਰਤੀ 'ਤੇ ਰਹਿੰਦਾ ਨਹੀਂ। ਸ਼ਾਇਦ ਇਹੀ ਇੱਕ ਰੀਜ਼ਨ ਸੀ ਜਿਹੜਾ ਉਹ ਸਾਡੇ ਸਾਰਿਆਂ ਨੂੰ ਅਲਵਿਦਾ ਕਹਿ ਕੇ ਜਲਦੀ ਚਲਾ ਗਿਆ, ਪਰ ਉਸ ਦੀ ਯਾਦ, ਉਸ ਦੇ ਸੁਨੇਹੇ ਹਰ ਇੱਕ ਨੌਜਵਾਨ ਦੇ ਦਿਲ ਦੇ ਵਿੱਚ ਨੇ। ਔਰ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਨੌਜਵਾਨ
ਜੋ ਪੰਜਾਬ ਨੂੰ ਕੋਈ ਚੰਗੀ ਸੇਧ ਦੇਣਾ ਚਾਹੁੰਦੇ ਹੋਣ ਵੀ ਪ੍ਰਮਾਤਮਾ ਉਹਨਾਂ ਦੀ ਉਮਰ ਲੰਮੀ ਦੇ ਕੇ ਭੇਜਿਆ ਕਰੇ। ਥੈਂਕ ਯੂ ਜੀ। ਦੱਸ ਦਈਏ ਭੱਲਾ ਜੀ ਸਾਡੇ ਨਾਲ ਸੀ ਤੇ ਦੇਵ ਕਰੋੜ ਵੀ ਸਾਡੇ ਨਾਲ ਨੇ। ਦੇਵ ਕਰੋੜ ਜੀ ਨਾਲ ਨੇ। ਦੇਵ ਜੀ ਕੀ ਕਹੋਗੇ? ਅੱਜ ਵੱਡਾ ਦੁੱਖ ਆ। ਫਿਲਮਾਂ ਦੇ ਵਿੱਚ ਤਾਂ ਅਕਸਰ ਦੇਖਿਆ ਜਾਂਦਾ ਦੁੱਖ ਸੁੱਖ ਹੁੰਦੇ ਆ, ਪਰ ਰਿਐਲਿਟੀ ਦੇ ਵਿੱਚ ਇਹ ਦੁੱਖ ਹੋਇਆ। ਬਿੰਨੂ ਢਿੱਲੋਂ ਨੂੰ ਕੀ ਕਹੋਗੇ? ਭਾਈ ਜੀ ਬਹੁਤ ਜਿਹੜੀ ਹੈਗੀ ਮਾਂ ਪਿਓ ਦਾ ਆਸਰਾ ਜਿਹੜਾ ਹਮੇਸ਼ਾ ਚਾਹੀਦਾ ਸਿਰ ਤੇ, ਜਾਂ ਜਿੰਨੇ ਮਰਜ਼ੀ ਬਜ਼ੁਰਗ ਹੋ ਜਾਣ ਹਮੇਸ਼ਾ ਸਿਰ ਤੇ ਉਹਨਾਂ ਦਾ ਆਸਰਾ ਉਹਨਾਂ ਦਾ ਆਸ਼ੀਰਵਾਦ ਬਣਿਆ ਰਹਿਣਾ ਚਾਹੀਦਾ। ਔਰ ਆਂਟੀ ਜੀ ਨਾਲ ਮੇਰਾ ਵੀ ਬਹੁਤ ਪਿਆਰ ਸੀਗਾ, ਬਹੁਤ ਸਤਿਕਾਰ ਸੀਗਾ। ਹਮੇਸ਼ਾ ਬਹੁਤ ਕੁਝ ਸਿੱਖਿਆ ਉਹਨਾਂ ਤੋਂ, ਗੁਰਬਾਣੀ ਬਾਰੇ ਬਹੁਤ ਕੁਝ ਸਿੱਖਿਆ ਹੈ ਨਾ। ਸੋ ਮਾਂ ਪਿਓ ਹਮੇਸ਼ਾ ਸਿਰ ਤੇ ਰਹਿਣੇ ਚਾਹੀਦੇ ਨੇ। ਔਰ ਸਭ ਤੋਂ ਜਿਹੜਾ ਦੁਖਦਾਈ ਵਿਛੋੜਾ ਹੁੰਦਾ ਉਹ ਮਾਂ ਪਿਓ ਦਾ ਹੀ ਹੁੰਦਾ। ਸੋ ਬਹੁਤ ਦੁੱਖ ਦੀ ਘੜੀ ਆ। ਔਰ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਤੁਹਾਡੇ ਮਾਧਿਅਮ ਰਾਹੀਂ, ਯਾਰ ਵਿਆਹ ਤੇ ਭੋਗ ਦੇ ਵਿੱਚ ਫਰਕ ਹੋਣਾ ਚਾਹੀਦਾ ਹੈ ਨਾ। ਸੋ ਜਿੰਨੇ ਵੀ ਇੱਥੇ ਘੱਟੋ ਘੱਟ ਯਾਰ ਫੋਟੋਆਂ ਨਾ ਕਰਾਓ। ਸੋ ਤੁਹਾਡੇ ਮਾਧਿਅਮ ਰਾਹੀਂ ਯਾਰ ਆਰਟਿਸਟ ਕਿੰਨਾ ਕੁ ਜਵਾਬ ਦੇ ਸਕਦਾ ਹੈ ਨਾ, ਪਰ ਸਾਨੂੰ ਵੀ ਸਮਝ ਚਾਹੀਦੀ ਹੈ ਥੋੜ੍ਹੀ ਬਹੁਤ ਹੈ ਨਾ, ਅਸੀਂ ਕਿੰਨਾ ਕੁ ਕਹਿ ਸਕਦੇ ਹਾਂ। ਸੋ ਇੰਨਾ ਹੀ ਹੈ ਜੀ, ਬਹੁਤ ਦੁੱਖ ਦੀ ਘੜੀ ਹੈ। ਔਰ ਮਾਤਾ ਜੀ ਦੀ ਆਤਮਾ ਨੂੰ ਵਾਹਿਗੁਰੂ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਫਾਦਰ ਸਾਹਿਬ ਵੀ ਕਹਿੰਦੇ ਬਿਮਾਰ ਨੇ। ਹਾਂਜੀ, ਅੰਕਲ ਕਾਫੀ ਬਿਮਾਰ ਨੇ। ਸੋ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਵਾਹਿਗੁਰੂ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ। ਯੰਗ ਕਲਾਕਾਰ ਦੀਪ ਸਿੱਧੂ ਬਹੁਤ ਹੀ ਦੁਖਦਾਈ ਖਬਰ ਹੈ ਔਰ ਬਹੁਤ ਸਦਮੇ ਵਾਲੀ ਗੱਲ ਹੈ। ਔਰ ਜਦੋਂ ਪਤਾ ਲੱਗਿਆ ਨਾ, ਇੱਕ ਮਤਲਬ ਯਕੀਨ ਨਹੀਂ ਹੋਇਆ ਉਸ ਖਬਰ ਦੇ ਉੱਤੇ। ਔਰ ਬੜੀ ਮੰਦਭਾਗੀ ਘਟਨਾ, ਔਰ ਬਹੁਤ ਹੀ ਇੱਕ ਸਿਆਣਾ ਸੂਝਵਾਨ, ਔਰ ਲੱਗਦਾ ਸੀ ਸਾਡੇ ਫਿਊਚਰ ਦਾ ਇੱਕ ਚੰਗਾ ਨੇਤਾ ਸਾਡੇ ਤੋਂ ਚਲਾ ਗਿਆ। ਨੇਤਾ ਵੀ ਤੇ ਅਭਿਨੇਤਾ ਵੀ। ਜਾਂਚ ਦੀ ਗੱਲ ਵੀ ਹੁੰਦੀ ਹੈ ਭਾਈ ਜੀ, ਜਾਂਚ ਹੋਣੀ ਚਾਹੀਦੀ ਹੈ। ਜੋ ਲੋਕਾਂ ਦੇ ਮਨ ਦਾ ਵਹਿਮ ਹੈ ਉਹ ਦੂਰ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਜਾਂਚ ਹੋਣੀ ਚਾਹੀਦੀ ਹੈ। ਜੇ ਲੋਕਾਂ ਦਾ ਡਾਊਟ ਹੈਗਾ, ਉਸ ਗੱਲ ਤੇ ਸ਼ੱਕ ਹੈ, ਤਾਂ ਉਹ ਸ਼ੱਕ ਲੋਕਾਂ ਦਾ ਦੂਰ ਕਰਨਾ ਚਾਹੀਦਾ। ਔਰ ਲੱਗਦਾ ਵੀ ਹੈ ਕਿ ਜੋ ਸਰਕਮਸਟੈਂਸਸ ਨੇ, ਜਦੋਂ ਤੱਕ ਉਹ ਕਲੀਅਰ ਨਹੀਂ ਹੁੰਦੇ ਤਾਂ ਮਨ 'ਚ ਡਾਊਟ ਤਾਂ ਬਣਿਆ ਹੀ ਰਹੂਗਾ। ਹਾਂਜੀ, ਬਿਲਕੁਲ ਜੀ, ਬਿਲਕੁਲ। ਦੱਸ ਦਈਏ ਕਿ ਲਗਾਤਾਰ ਤਸਵੀਰਾਂ ਜੇਕਰ ਦਿਖਾਈਏ ਤੇ ਬਿੰਨੂ ਢਿੱਲੋਂ ਨੂੰ ਮਿਲਣ ਵਾਲਿਆਂ ਦੀ ਲੰਮੀ ਲਾਈਨ ਜਿਹੜੀ ਲੱਗੀ ਹੋਈ ਆ, ਕਿਉਂਕਿ ਇੱਕ ਵੱਡਾ ਦੁੱਖ ਹੈ ਮਾਂ ਦੇ ਜਾਣ ਦਾ ਦੁੱਖ। ਹਾਲਾਂਕਿ ਜੀ ਬਿਲਕੁਲ ਦੱਸ ਦਈਏ ਕਿ ਬੜਾ ਦੁੱਖ ਹੈ। ਅਸਲ ਫਿਲਮਾਂ ਦੇ ਵਿੱਚ ਤਾਂ ਕਾਫੀ ਦੁੱਖ ਵੀ ਹੁੰਦੇ ਆ, ਸੁੱਖ ਵੀ ਹੁੰਦੇ ਆ, ਹਰ ਚੀਜ਼ ਦੇਖਣ ਨੂੰ ਮਿਲਦੀ ਆ, ਪਰ ਅਸਲ ਜ਼ਿੰਦਗੀ ਦੇ ਵਿੱਚ ਦੁੱਖ, ਜੋ ਮਾਂ ਦਾ ਜਾਣ ਦਾ ਦੁੱਖ ਹੁੰਦਾ ਹੈ, ਉਹ ਦੁੱਖ ਸ਼ਾਇਦ ਹੀ ਕੋਈ ਭੁਲਾ ਸਕੇ। ਬਹੁਤ ਦੁੱਖ ਆ, ਬਹੁਤ ਲੋਕ ਪਹੁੰਚੇ। ਬਿੰਨੂ ਜੀ, ਵਾਹਿਗੁਰੂ ਸਾਰਿਆਂ ਦਾ ਧੰਨਵਾਦ। ਜਿਹੜੇ ਮੇਰੇ ਮਾਤਾ ਜੀ ਦੇ ਅੰਤਿਮ ਅਰਦਾਸ ਵਿੱਚ ਪਹੁੰਚੇ ਨੇ, ਸਾਰਿਆਂ ਦਾ ਦਿਲੋਂ ਧੰਨਵਾਦ। ਜਿਹੜਾ ਪਰਿਵਾਰ ਬਣ ਕੇ ਮੇਰੇ ਨਾਲ ਖੜੇ ਨੇ, ਸਾਰਿਆਂ ਦਾ ਬਹੁਤ ਧੰਨਵਾਦ। ਅਰਦਾਸ ਹੋਈ ਆ, ਬਸ ਉਹੀ ਹੈ ਜੀ, ਸਾਰੇ ਅੱਗੇ ਅਰਦਾਸ ਕਰਦਾ ਵੀ ਸਾਰਿਆਂ ਦੇ ਮੈਂ ਬੇਨਤੀ ਕਰਦਾ ਵੀ ਅਰਦਾਸ ਕਰਿਓ ਵੀ ਪਾਪਾ ਜੀ ਦੀ ਸਿਹਤ ਠੀਕ ਰਹੇ ਜੀ। ਬਿਲਕੁਲ। ਕੀ ਕਹੋਗੇ, ਕਿੰਨਾ ਕੁ ਵੱਡਾ ਦੁੱਖ ਆ ਜੀ? ਦੁੱਖ ਦੇਖੋ ਜੀ, ਦੁਨੀਆ 'ਚ ਜਦੋਂ ਵੀ ਕੋਈ ਆਉਂਦਾ ਹੈ, ਸਭ ਤੋਂ ਪਹਿਲਾਂ ਸਪਰਸ਼ ਸਭ ਤੋਂ ਪਹਿਲਾਂ ਵੇਖਦਾ ਕਿਹਨੂੰ? ਆਪਦੀ ਮਾਂ ਨੂੰ, ਹੈ ਨਾ ਜੀ। ਤੇ ਮਾਪਿਓ ਦੇ ਉੱਤੇ ਕੁਝ ਹੁੰਦਾ ਹੀ ਨਹੀਂ ਗਾ। ਇਹ ਸਭ ਤੋਂ ਵੱਡਾ ਆਪਣੇ ਤੇ ਇੱਕ ਸਥਿਤੀ ਹੁੰਦੀ ਹੈ ਆਪਣੇ ਨਾਲ ਜਦੋਂ ਖੜੇ ਹੁੰਦੇ ਨੇ, ਤੇ ਬਹੁਤ ਦੁੱਖ ਹੋਇਆ ਜੀ। ਤੇ ਸਭ ਦੇ ਮਾਪੇ ਸਵਸਥ ਰਹਿਣ, ਜਿੰਦਾ ਰਹਿਣ। ਤੇ ਬਟ ਜਿਹੜਾ ਦੁਨੀਆ 'ਚ ਆਇਆ ਉਹਨੇ ਇੱਕ ਵਕਤ ਨਾਲ ਜਾਣਾ ਹੀ ਹੈ। ਤੇ ਦੁੱਖ ਦੀ ਘੜੀ ਹੈ, ਸਾਰੇ ਅਸੀਂ ਨਾਲ ਖੜੇ, ਸਭ ਭਰਾ ਹੈ ਅਸੀਂ। ਫਿਲਮਾਂ 'ਚ ਅਕਸਰ ਦੇਖਦੇ ਹਾਂ ਦੁੱਖ ਸੁੱਖ ਹੁੰਦਾ, ਪਰ ਰਿਐਲਿਟੀ 'ਚ ਦੁੱਖ ਹੁੰਦਾ ਤਾਂ ਬਹੁਤ ਦੁੱਖ ਹੁੰਦਾ ਜੀ, ਬਹੁਤ ਦੁੱਖ ਹੁੰਦਾ। ਮਾੜਾ ਹੋਇਆ ਜੀ, ਬਹੁਤ ਮਾੜਾ ਹੋਇਆ। ਉਹਦੇ ਫਾਦਰ ਸਾਹਿਬ ਵੀ ਹਸਪੀਟਲ ਐਡਮਿਟ ਨੇ। ਹਾਂਜੀ, ਬਹੁਤ ਢਿੱਲੇ ਨੇ ਜੀ। ਉਹਨਾਂ ਦੁਆ ਕਰੋ ਕਿ ਜਲਦੀ ਠੀਕ ਹੋਣ, ਕਿਉਂਕਿ ਇਸ ਏਜ ਦੇ ਵਿੱਚ 86-87 ਸਾਲ ਦੀ ਏਜ ਹੈ। ਤੇ ਜੀਵਨ ਸਾਥੀ ਦਾ ਜਾਣਾ ਇਹ ਸਦਮਾ ਬਹੁਤ ਵੱਡਾ ਹੈ ਨਾ ਜੀ, ਉਹਨਾਂ ਲਈ ਸਹਿਣਾ। ਤੇ ਪਰਮਾਤਮਾ ਬਲ ਬਖਸ਼ੇ ਉਹਨਾਂ ਨੂੰ। ਸਾਥੀ ਕਲਾਕਾਰ ਚਲੇ ਗਏ ਦੀਪ ਸਿੱਧੂ ਵਗੈਰਾ। ਹਾਂਜੀ, ਮਾੜੀ ਗੱਲ ਹੈ, ਬਹੁਤ ਦੁੱਖ ਹੋਇਆ ਜੀ। ਇਹ ਕੋਈ ਏਜ ਨਹੀਂ ਸੀ ਜਾਣਦੀ, ਹੈ ਨਾ। ਤੇ ਬਹੁਤ ਵੱਡਾ ਝਟਕਾ ਹੀ ਸਾਡੇ ਸਾਰੇ ਦੋਸਤਾਂ ਵਾਸਤੇ। ਲੋਕ ਕਹਿ ਰਹੇ ਨੇ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਆ, ਕਿ ਪਲਾਨਡ ਸੀ ਇਨਕੁਆਇਰੀ ਤਾਂ ਦੇਖੋ ਹੋਣੀ ਚਾਹੀਦੀ। ਜੇ ਕਿਸੇ ਨੂੰ ਸ਼ੱਕ ਹੈ, ਡਾਊਟ ਹੈਗਾ, ਤਾਂ ਇਹ ਸੀਬੀਆਈ ਇਨਕੁਆਇਰੀ ਤਾਂ ਹੋਣੀ ਚਾਹੀਦੀ ਵੀ ਕਿਉਂ ਹੋਇਆ, ਕਿਵੇਂ ਹੋਇਆ ਇਹ। ਵੱਡਾ ਦੁੱਖ, ਬਹੁਤ ਬਿਲਕੁਲ ਵੱਡਾ ਦੁੱਖ ਆ। ਮਾਂ ਚਲੇ ਗਏ ਨੇ। ਸਾਡੇ ਨਾਲ ਬਲਕ੍ਰਿਸ਼ਨ ਜੀ ਨੇ। ਬਲਕ੍ਰਿਸ਼ਨ ਜੀ, ਹਕੀਕਤ ਦੇ ਵਿੱਚ ਦੁੱਖ ਹੁੰਦਾ ਤਾਂ ਕੀ ਲੱਗਦਾ? ਅੱਜ ਮਾਂ ਗਈ ਆ ਬਿੰਨੂ ਢਿੱਲੋਂ ਦੀ, ਕਿੰਨਾ ਕੁ ਵੱਡਾ ਦੁੱਖ? ਦੁੱਖ ਤਾਂ ਜੀ ਇਹ ਕਹਿੰਦੇ ਹੁੰਦੇ ਆ ਕਿ ਮਾਂ ਦਾ ਸਾਇਆ ਉੱਠਣਾ, ਜਿਹੜਾ ਬੰਦਾ ਕਿੰਨਾ ਵੀ ਆਪ ਉਮਰ ਵਾਲਾ ਹੋਵੇ, ਉਹ ਬੱਚਾ ਸਮਝਦਾ ਜੇ ਮਾਂ ਜਿੰਦੀ ਹੋਵੇ। ਤੇ ਮਾਂ ਦਾ ਤੁਰ ਜਾਣਾ ਬਿੰਨੂ ਢਿੱਲੋਂ ਵਾਸਤੇ, ਸਹੁਰੇ ਪਰਿਵਾਰ ਵਾਸਤੇ ਘਾਟਾ ਵਾ, ਸਾਡੇ ਪੂਰੇ ਫਿਲਮੀ ਜਗਤ ਵਾਸਤੇ ਘਾਟਾ। ਮੈਂ ਤੇ ਭੱਲਾ ਜੀ, ਸਾਡਾ ਇੰਨਾ ਪਿਆਰ ਆ ਬਿੰਨੂ ਜੀ ਨਾਲ ਵੀ ਸਾਨੂੰ ਤਾਂ ਇਸ ਗੱਲ ਦਾ ਮਾਣ ਆ ਕਿ ਬਿੰਨੂ ਨੂੰ ਦੁਨੀਆ ਜਾਣਦੀ ਆ। ਐਡਾ ਵੱਡਾ ਨਾਮ ਪੰਜਾਬੀ ਮਾਂ ਬੋਲੀ ਦਾ ਬਣਾਇਆ। ਤੇ ਬਿੰਨੂ ਜਦੋਂ ਭੱਲਾ ਜੀ ਨੂੰ ਮਿਲਦਾ, ਹਮੇਸ਼ਾ ਗੋਡੀ ਹੱਥ ਲਾ ਕੇ ਮਿਲਦਾ। ਅਸੀਂ ਕਹਿੰਦੇ ਇਹ ਬੱਚੇ ਨੇ ਜਿੰਨੀ ਮਿਹਨਤ ਕੀਤੀ ਆ, ਜਿੰਨਾ ਫਲ ਪਾਇਆ, ਇਹਨਾਂ ਦੀ ਮਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਪਰਮਾਤਮਾ ਭਾਣਾ ਬੰਦਾ ਬਲ ਬਖਸ਼ੇ। ਥੈਂਕ ਯੂ, ਬਹੁਤ ਦੁੱਖ ਹੈ ਜੀ। ਥੈਂਕ ਯੂ। ਬਿਲਕੁਲ ਜੀ। ਅੱਗੇ ਚੱਲਦੇ ਹਾਂ। ਕੁਝ ਹੋਰ ਵੀ ਕਲਾਕਾਰ ਜਿਹੜੇ ਹੈਗੇ ਇੱਥੇ ਪਹੁੰਚੇ ਹੋਏ ਆ। ਦੱਸ ਦਈਏ ਕਿ ਅੰਤਿਮ ਅਰਦਾਸ ਦਾ ਜਿਹੜਾ ਸਮਾਗਮ ਹੈ ਸੰਗਰੂਰ ਵਿਖੇ ਜਿਹੜਾ ਹੈਗਾ ਕਰਵਾਇਆ ਗਿਆ, ਤੇ ਜਿੱਥੇ ਬੇਹੱਦ ਦੁੱਖ ਜਿਹੜਾ ਪ੍ਰਗਟ ਜਿਹੜੇ ਹੈਗੇ ਲੋਕ ਆ, ਪਰ ਕਲਾਕਾਰ ਪਹੁੰਚੇ ਨੇ। ਸਰ, ਕੀ ਕਹੋਗੇ? ਰਿਐਲਿਟੀ ਜਦ ਦੁੱਖ ਹੁੰਦਾ, ਮਾਂ ਚਲੀ ਜਾਂਦੀ ਹੈ, ਸਭ ਤੋਂ ਵੱਡਾ ਦੁੱਖ ਹੁੰਦਾ, ਤੇ ਕੀ ਕਹੋਗੇ ਬਿੰਨੂ ਢਿੱਲੋਂ ਦੀ ਇਸ ਬਾਰੇ? ਦੇਖੋ, ਜਿਹੜਾ ਮਾਂ ਦਾ ਜਿਹੜਾ ਦੁੱਖ ਹੈ ਉਹ ਤਾਂ ਜੀ ਹਰ ਇੱਕ ਨੂੰ ਹੁੰਦਾ। ਮੈਂ ਸਮਝਦਾ ਵੀ ਮਾਂ ਹੀ ਹੈ, ਇੱਕੋ ਇੱਕ ਮਾਂ ਹੀ ਹੈ ਜਿਹੜੀ
ਕੁੱਟਦੀ ਵੀ ਹੈ ਤੇ ਫਿਰ ਕੁੱਟ ਕੇ ਚੂਰੀ ਵੀ ਖਵਾਉਂਦੀ ਹੈ ਹਨਾ। ਤਾਂ ਜਿਹੜਾ ਮਾਂ ਵਾਲਾ ਘਾਟਾ ਜੀ ਇਹ ਕਦੇ ਜ਼ਿੰਦਗੀ 'ਚ ਪੂਰਾ ਨਹੀਂ ਹੋ ਸਕਦਾ। ਤਾਂ ਜਿਹੜਾ ਮਾਂ ਦਾ ਆਸ਼ੀਰਵਾਦ ਹੈ, ਅਸੀਂ ਚਾਹੇ ਜਿੱਥੋਂ ਤੱਕ ਵੀ ਮਰਜ਼ੀ ਪਹੁੰਚਦੇ ਹਾਂ ਤਾਂ ਉਹ ਸਿਰਫ ਮਾਂ ਦਾ ਆਸ਼ੀਰਵਾਦ ਹੁੰਦਾ ਹੈ। ਮਾਂ ਦੇ ਆਸ਼ੀਰਵਾਦ ਨਾਲ ਹੀ ਇੱਥੋਂ ਤੱਕ ਹੈ। ਔਰ ਬੀਨੂ ਢਿੱਲੋਂ ਮੈਂ ਸਮਝਦਾ ਵੀ ਜਿਹੜਾ ਇਹ ਸਾਰਾ ਪਰਿਵਾਰ ਹੈ, ਔਰ ਬੀਨੂ ਢਿੱਲੋਂ ਨੂੰ ਜਿਹੜਾ ਸਭ ਤੋਂ ਛੋਟਾ ਹੁੰਦਾ ਨਾ ਉਹਨੂੰ ਆਪਾਂ ਪੇਟ ਘਰੋੜੀ ਦਾ ਕਹਿੰਦੇ ਆ ਹੈਨਾ। ਤਾਂ ਪੇਟ ਘਰੋੜੀ ਵਾਲੇ ਨਾਲ ਜਿਹੜਾ ਮਾਂ ਦਾ ਮੋਹ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਸੋ ਉਸੇ ਤਰ੍ਹਾਂ ਹੀ ਜਿਹੜਾ ਪੁੱਤ ਦਾ ਵੀ ਮੋਹ ਮਾਂ ਨਾਲ ਬਹੁਤ ਹੁੰਦਾ। ਬੇਸ਼ੱਕ ਬੀਨੂ ਢਿੱਲੋਂ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ, ਬਟ ਇਹਦੇ ਬਾਵਜੂਦ ਵੀ ਸ਼ਾਇਦ ਉਹਨੂੰ ਇਸੇ ਕਰਕੇ ਹੁਣ ਦੁੱਖ ਵੀ ਹੋ ਰਿਹਾ ਹੋਣਾ ਕਿ ਯਾਰ ਮੈਂ ਮਾਂ ਨੂੰ ਟਾਈਮ ਕਿਉਂ ਨਹੀਂ ਦੇ ਸਕਿਆ, ਮੈਂ ਮਾਂ ਦੇ ਨਾਲ ਗੱਲਾਂ ਕਿਉਂ ਨਾ ਢੇਰ ਸਾਰੀਆਂ ਕਰ ਲਈਆਂ। ਅਕਸਰ ਹੀ ਸਾਡੀ ਜ਼ਿੰਦਗੀ 'ਚ ਹੁੰਦਾ ਵੀ ਜਦੋਂ ਆਪਾਂ ਸਾਡੇ ਮਾਪੇ ਚਲੇ ਜਾਂਦੇ ਆ ਨਾ ਤਾਂ ਸਾਨੂੰ ਬਹੁਤ ਗੱਲਾਂ ਦਾ ਉਦੋਂ ਇਹ ਮਹਿਸੂਸ ਹੁੰਦਾ ਕਿ ਸਾਨੂੰ ਯਾਰ ਮੈਂ ਮਾਂ ਕੋਲੋਂ ਆਪਣੇ ਪਿੰਡ ਬਾਰੇ ਜਾਂ ਪਿਛੋਕੜ ਬਾਰੇ ਆਹ ਗੱਲ ਕਿਉਂ ਨਾ ਜਾਣੀ, ਮੈਂ ਆਹ ਗੱਲ ਕਿਉਂ ਨਾ ਪੁੱਛੀ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਫਲਸਫਾ ਕੀ ਹੁੰਦਾ। ਸੋ ਮੈਂ ਸਮਝਦਾ ਵੀ ਇਹ ਬੀਨੂ ਢਿੱਲੋਂ ਨਾਲ ਨਹੀਂ, ਜਿਨ੍ਹਾਂ ਦੀਆਂ ਮਾਵਾਂ ਚਲੀਆਂ ਗਈਆਂ ਉਹਨਾਂ ਸਾਰਿਆਂ ਨਾਲ ਹੀ ਇਹ ਪੂਰਾ ਜਿਹੜਾ ਸਦਮਾ ਹੈ। ਸੋ ਬੀਨੂ ਢਿੱਲੋਂ ਦੇ ਅਸੀਂ ਦੁੱਖ 'ਚ ਨਾਲ ਖੜ੍ਹੇ ਹਾਂ। ਇੱਥੇ ਆਏ ਹਾਂ ਅਸੀਂ, ਚਾਹੇ ਦੂਰੋਂ ਚਾਹੇ ਨੇੜਿਓਂ, ਰਿਸ਼ਤੇਦਾਰ, ਸਾਰੀ ਫਿਲਮ ਪੰਜਾਬੀ ਇੰਡਸਟਰੀ ਹੈ ਜਿਹੜੀ ਉਹ ਆਈ ਹੈ। ਸੋ ਪੂਰਾ ਸਾਨੂੰ ਦੁੱਖ ਹੈ ਔਰ ਉਹਦੇ ਨਾਲ ਅਸੀਂ ਉਹਦੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਖੜ੍ਹੇ ਹਾਂ ਅੱਜ। ਹਾਂ, ਇਹ ਵੀ ਮੈਂ ਦੇਖਿਆ ਜਿਵੇਂ ਵੀਡੀਓ ਪਾਉਂਦਾ ਰਹਿੰਦਾ ਬੀਨੂ ਕਿ ਫਾਦਰ ਸਾਹਿਬ ਦੇ ਮੂੰਹ ਦੇ ਵਿੱਚ ਚਮਚਿਆਂ ਨਾਲ ਉਹ ਕੁਝ ਖਵਾ ਰਿਹਾ ਉਹਨਾਂ ਨੂੰ ਹੈ ਨਾ। ਤਾਂ ਕਈ ਆਉਂਦੇ ਆ ਕਿ ਯਾਰ ਇਹ ਕੋਈ ਦਿਖਾਵਾ ਕਰ ਰਹੇ ਆ। ਨਹੀਂ, ਐਸਾ ਕੋਈ ਦਿਖਾਵੇ ਵਾਲੀ ਕੋਈ ਗੱਲ ਨਹੀਂ। ਅਸੀਂ ਲੋਕ ਆ ਜਿਹੜੇ ਆਰਟਿਸਟ ਲੋਕ ਆ, ਅਸੀਂ ਆਦਰਸ਼ ਵੀ ਤਾਂ ਹੁੰਨੇ ਆ। ਅਸੀਂ ਮਤਲਬ ਲੋਕਾਂ ਨੂੰ ਦੱਸਦੇ ਹਾਂ ਕਿ ਤੁਸੀਂ ਆਹ ਕਰੋ, ਐਂ ਕਰੋ, ਪਰ ਉਹਦਾ ਮਤਲਬ ਇਹ ਨਹੀਂ। ਉਹਦਾ ਮਤਲਬ ਇਹ ਹੈ ਕਿ ਜਿਵੇਂ ਅੱਜ ਬੀਨੂ ਢਿੱਲੋਂ ਨੇ ਅੰਦਰ ਕਿਹਾ ਸੀ ਕਿ ਜਿਨ੍ਹਾਂ ਦੇ ਮਾਂ ਪਿਓ ਹੈਗੇ ਆ ਉਹ ਆਪਣੇ ਮਾਂ ਪਿਓ ਦੀ ਸੇਵਾ ਰੱਜ ਕੇ ਸੇਵਾ ਕਰੋ ਹੈ ਨਾ। ਸੋ ਬਾਅਦ 'ਚ ਤੁਹਾਨੂੰ ਪਛਤਾਉਣਾ ਪੈਂਦਾ ਕਿ ਮੈਂ ਯਾਰ ਉਹਨਾਂ ਦੀ ਸੇਵਾ 'ਚ ਕੋਈ ਕਮੀ ਰਹਿ ਗਈ ਮੈਥੋਂ, ਥੋੜ੍ਹੀ ਨਹੀਂ ਬਹੁਤ ਜ਼ਿਆਦਾ ਕਮੀ, ਕਿਉਂਕਿ ਸਾਡੀ ਕਲਾਕਾਰਾਂ ਦੀ ਜ਼ਿੰਦਗੀ ਜਿਹੜੀ ਲਾਈਫ ਆ ਉਹ ਬਹੁਤ ਬਿਜ਼ੀ ਹੁੰਦੀ ਹੈ। ਸੋ ਬਹੁਤ ਜ਼ਿਆਦਾ ਦੁੱਖ ਹੈ ਜੀ। ਅਸੀਂ ਤਾਂ ਹੀ ਜਿਹੜਾ ਉਹਦੇ ਦੁੱਖ ਬਣਾਉਣ ਆਏ ਹਾਂ ਅਤੇ ਉਹਦੇ ਨਾਲ ਜਿਹੜਾ ਅਸੀਂ ਪੂਰਾ ਖੜ੍ਹੇ ਹਾਂ ਜੀ ਬੀਨੂ ਢਿੱਲੋਂ। ਹਾਂਜੀ ਹਾਂਜੀ ਹਾਂ ਹਾਂ ਜੀ ਹਾਂ ਦੇਖੋ ਦੀਪ ਸਿੱਧੂ ਦਾ ਤਾਂ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਜੀ ਆਪਾਂ ਨੂੰ ਕਿ ਕੁਛ ਦੀਪ ਸਿੱਧੂ ਨਾਲ ਹੋਇਆ। ਅਤੇ ਇਹ ਜਿਹੜਾ ਇਸ ਤਰ੍ਹਾਂ ਇੰਨਾ ਅਚਾਨਕ ਜਿਹੜਾ ਹੋ ਜਾਣਾ, ਮੈਂ ਕਹਿਣਾ ਵੀ ਸਿਆਸਤ ਨੂੰ ਅਸੀਂ ਲੋਕ ਸਿਆਸਤ ਨਾਲ ਅਸੀਂ ਕੀ ਲੈਣਾ ਦੇਣਾ, ਸਾਡਾ ਰਾਈਟ ਆ। ਚਲੋ ਕਈਆਂ ਦਾ ਹੋਏਗਾ, ਪਰ ਸਿਆਸਤ ਨੂੰ ਆਪਾਂ ਇੱਕ ਪਾਸੇ ਛੱਡੀਏ ਤਾਂ ਸਭ ਤੋਂ ਪਹਿਲਾਂ ਸਾਡਾ ਇੱਕ ਕਲਾਕਾਰ ਭਰਾ ਸੀ, ਔਰ ਕਲਾਕਾਰ ਵੀ ਹੀਰੋ ਔਰ ਬਹੁਤ ਵਧੀਆ ਕਲਾਕਾਰ ਸੀ ਜਿਹੜਾ ਦੀਪ ਸਿੱਧੂ। ਸੋ ਬਹੁਤ ਜ਼ਿਆਦਾ ਦੁੱਖ ਹੋਇਆ ਜੀ ਉਹਦੇ ਅਚਾਨਕ ਜਿਹੜਾ ਚਲੇ ਜਾਣ ਦਾ, ਕਿਉਂਕਿ ਹਾਲੇ ਦੀਪ ਸਿੱਧੂ ਨੇ ਕਲਾ ਦੇ ਰਾਹੀਂ ਸਾਨੂੰ ਬਹੁਤ ਕੁਝ ਵੰਡਣਾ ਸੀ, ਬਹੁਤ ਕੁਝ ਦਿਖਾਉਣਾ ਸੀ, ਬਹੁਤ ਕੁਝ ਦਰਸਾਉਣਾ ਸੀ। ਸੋ ਉਹਦੇ ਜਾਣ ਦੇ ਨਾਲ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਨੂੰ ਜਿਹੜਾ ਘਾਟਾ ਪਿਆ ਉਹ ਬਹੁਤ ਜ਼ਿਆਦਾ ਵੱਡਾ ਘਾਟਾ ਹੈ, ਬਹੁਤ ਜ਼ਿਆਦਾ ਵੱਡਾ ਪੜਾਅ ਪੈ ਗਿਆ ਇਹ। ਅਤੇ ਕੁਝ ਸ਼ਖਸੀਅਤਾਂ ਹੁੰਦੀਆਂ ਕਿ ਜਦੋਂ ਚਲੀਆਂ ਜਾਂਦੀਆਂ ਤਾਂ ਉਹਨਾਂ ਦੀ ਜਗ੍ਹਾ ਭਰੀ ਨਹੀਂ ਜਾਂਦੀ ਹੁੰਦੀ। ਸੋ ਮੈਂ ਸਮਝਦਾ ਵੀ ਦੀਪ ਸਿੱਧੂ ਦੀ ਜਿਹੜੀ ਜਗ੍ਹਾ ਖਾਲੀ ਹੋਈ ਹੈ ਨਾ, ਇਹ ਜਗ੍ਹਾ ਕੋਈ ਲੈ ਨਹੀਂ ਸਕਦਾ, ਔਰ ਉਹ ਪੂਰੀ ਤਰ੍ਹਾਂ ਸਿਆਸਤ ਵਿੱਚ ਵੀ ਸਰਗਰਮ ਸੀ। ਸੋ ਉਹਨੂੰ ਫਿਰ ਆਪਾਂ ਵਿੱਚ ਨਾ ਲਿਆਈਏ ਤਾਂ ਮੈਂ ਸਮਝਦਾ ਕਿ ਇੱਕ ਕਲਾਕਾਰ ਭਰਾ ਸਾਡਾ ਗਿਆ, ਉਹਦਾ ਦੁੱਖ ਹੈ ਸਾਨੂੰ, ਸਾਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਬਹੁਤ ਦੁੱਖ ਹੈ। ਆਖਰੀ ਸਵਾਲ ਆ ਜੀ, ਕਿਸਾਨ ਅੰਦੋਲਨ 'ਚ ਵੀ ਤੁਸੀਂ ਰਹੇ ਹੋ ਤੇ ਬਹੁਤ ਸਾਰੇ ਕਲਾਕਾਰ ਵੀ ਰਹੇ ਨੇ ਜੀ, ਤੁਹਾਡਾ ਤਾਂ ਬੀਜੇਪੀ ਸ਼ਾਮਲ ਹੋ ਨਹੀਂ ਜਾ ਰਿਹਾ, ਹਾਂ ਜੋ ਕਲਾਕਾਰ ਨੇ ਕੀ ਕਹਿਣਾ? ਮੈਂ ਸਮਝਦਾ ਵੀ ਇੱਥੇ ਆਪਾਂ ਇਹੋ ਜਿਹੀ ਕੋਈ ਗੱਲ ਨਾ ਕਰੀਏ ਪਲੀਜ਼, ਠੀਕ ਹੈ ਜੀ। ਆਪਾਂ ਸਿਆਸਤ, ਕਿਉਂਕਿ ਆਪਾਂ ਉਹੋ ਜਿਹੇ ਮਾਹੌਲ 'ਤੇ ਆਪਾਂ ਭੋਗ 'ਤੇ ਆਏ ਹਾਂ ਅਤੇ ਆਪਾਂ ਕੋਈ ਹੋਰ ਨਾ ਕਰੀਏ। ਸੋ ਸਾਰਿਆਂ ਦਾ ਬਹੁਤ ਧੰਨਵਾਦ ਤੁਹਾਡਾ। ਮਾਂ ਤੇ ਅਕਸਰ ਤੁਸੀਂ ਗਾਣੇ ਗਾਉਂਦੇ ਹੋ, ਪਰ ਅੱਜ ਰਿਐਲਿਟੀ 'ਚ ਜਦ ਮਾਂ ਜਾਂਦੀ ਹੈ ਦੁੱਖ ਕੀ ਕਹੋਗੇ? ਬਿਲਕੁਲ ਜੀ, ਮੈਂ ਇਹ ਦਰਦ ਸਮਝ ਸਕਦਾ, ਕਿਉਂਕਿ ਪਿਛਲੇ 2 ਸਾਲਾਂ ਤੋਂ ਮੈਂ ਵੀ ਆਪਣੀ ਮਦਰ ਨੂੰ ਖੋਇਆ, ਔਰ ਪਰਮਾਤਮਾ ਕਿਸੇ ਦੀ ਵੀ ਮਾਂ ਨੂੰ ਆਪਣੇ ਕੋਲ ਨਾ ਬੁਲਾਵੇ। ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਮਾਂ। ਉਹਨਾਂ ਦੇ ਫਾਦਰ ਸਾਹਿਬ ਵੀ ਹਸਪੀਟਲ ਐਡਮਿਟ ਨੇ ਕਿਹਾ ਜਾ ਰਿਹਾ। ਹਾਂਜੀ ਸੀਗੇ, ਪਰ ਹੁਣ ਠੀਕ ਨੇ, ਔਰ ਪ੍ਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ ਤੇ ਤੰਦਰੁਸਤੀਆਂ ਬਖਸ਼ੇ। ਹਾਂਜੀ, ਕੀ ਲੱਗਦਾ ਮਾਂ ਜਾਣ ਤੋਂ ਬਾਅਦ ਬੇहद ਬਿਜ਼ੀ ਜ਼ਿੰਦਗੀ ਹੁੰਦੀ ਆ, ਟਾਈਮ ਨਹੀਂ ਦੇ ਪਾਉਂਦੇ, ਲੱਗਦਾ ਕਿ ਬਹੁਤ ਅਫਸੋਸ ਨਜ਼ਰ ਅਚਾਨਕ? ਦੇਖੋ ਮੈਂ ਆਪਣੀ ਮਾਂ ਨੂੰ ਵੀ ਖੋਇਆ, ਮੈਨੂੰ ਇਹ ਲੱਗਦਾ ਵੀ ਜਿਉਂਦੇ ਜੀ ਆਪਾਂ ਨੂੰ ਮਾਂ ਪਿਓ ਦਾ ਬਹੁਤ ਸਾਥ ਰਹਿਣਾ ਚਾਹੀਦਾ। ਆਪਾਂ ਕਿਤੇ ਹੁਣ ਵੀ ਆਪਾਂ ਬਿਜ਼ੀ ਆ, ਜ਼ਿੰਦਗੀ ਤਾਂ ਚੱਲਦੀ ਰਹਿਣੀ ਹੈ, ਪਰ ਜਿਉਂਦੇ ਜੀ ਮਾਂ ਪਿਓ ਨੂੰ ਜ਼ਰੂਰ ਤੁਸੀਂ ਉਹਨਾਂ ਨਾਲ ਇਨ ਟੱਚ ਰਹੋ, ਜਿੰਨੇ ਮਰਜ਼ੀ ਬਿਜ਼ੀ ਹੋ।
ਇਹ ਅਨਮੋਲ ਖਜ਼ਾਨੇ ਨੇ, ਇਹ ਮਸਾਂ ਮਿਲਦੇ ਆ, ਕਰਮਾਂ ਵਾਲਿਆਂ ਦੇ ਹਿੱਸੇ ਆਉਂਦੀਆਂ ਮਾਵਾਂ ਤੇ ਮਾਂ ਤੇ ਪਿਓ। ਬਿਲਕੁਲ ਹੁੰਦਾ ਜੀ, ਬਿਲਕੁਲ ਹੁੰਦਾ। ਬਹੁਤ ਮਾੜੀ ਘਟਨਾ ਹੈ ਜੀ, ਕਿਉਂਕਿ ਸਾਡੇ ਉਹ ਬਹੁਤ ਹੀ ਵਧੀਆ ਅਦਾਕਾਰ ਵੀ ਸੀਗੇ ਔਰ ਬੜੇ ਜੋਸ਼ੀਲੇ ਨੌਜਵਾਨ ਸੀਗੇ ਔਰ ਬਹੁਤ ਦੁੱਖ ਹੋਇਆ ਉਹਨਾਂ ਦਾ ਵੀ ਜੀ। ਮਿਹਰਬਾਨੀ। ਸੱਚੇ ਪਾਤਸ਼ਾਹ ਅੱਗੇ ਅੱਜ ਦੇਖੋ ਉਹੀ ਮਾਂ-ਬਾਪ ਨੇ ਜਿਨ੍ਹਾਂ ਨੇ ਐਡੀ ਵੱਡੀ ਪਰਸਨੈਲਿਟੀ ਨੂੰ ਜਨਮ ਦਿੱਤਾ ਹੈ, ਬਿੰਨੂ ਢਿੱਲੋਂ ਨੂੰ। ਸੋ ਅਸੀਂ ਸਾਰੇ ਅੱਜ ਉਹਦੇ ਦੁੱਖ ਦੇ ਵਿੱਚ ਸ਼ਰੀਕ ਹੋਏ ਆ। ਇਹੀ ਦੁਆ ਕਰਦੇ ਆ ਸੱਚੇ ਪਾਤਸ਼ਾਹ ਉਹਨਾਂ ਨੂੰ ਇਹ ਭਾਣਾ ਮੰਨਣ ਦਾ। ਕਹਿੰਦੇ ਪਛਤਾਵਾ ਬਾਅਦ ਚ ਬਹੁਤ ਹੁੰਦਾ ਫਿਲਮ ਇੰਡਸਟਰੀ ਚ, ਜਦ ਟਾਈਮ ਨਹੀਂ ਦੇ ਪਾਉਂਦੇ ਮਾਂ-ਬਾਪ ਨੂੰ, ਪਰ ਅਕਸਰ ਜਦ ਇੱਕਦਮ ਚਲੇ ਜਾਂਦੇ, ਜਿਵੇਂ ਹੁਣ ਮਾਤਾ ਜੀ ਗਏ ਆ, ਲੱਗਦਾ ਕਿ ਫਿਰ ਪਛਤਾਵਾ ਪੈਂਦਾ। ਬਿਲਕੁਲ ਜੀ, ਪਰ ਆਏ ਆ ਜੀ, ਇਹ ਆਪਣਾ ਪ੍ਰੋਫੈਸ਼ਨ ਹੁੰਦਾ। ਦੇਖੋ ਇਹ ਪ੍ਰੋਫੈਸ਼ਨ ਨੂੰ ਟਾਈਮ ਤਾਂ ਦੇਣਾ ਪੈਂਦਾ ਤੇ ਇਸ ਪ੍ਰੋਫੈਸ਼ਨ ਦੇ ਲਾਇਕ ਵੀ ਸਾਨੂੰ ਮਾਂ-ਬਾਪ ਨੇ ਬਣਾਇਆ ਹੁੰਦਾ ਜੀ। ਸੋ ਪਛਤਾਵਾ ਤਾਂ ਹੁੰਦਾ ਕਿ ਹਾਏ ਸ਼ਾਇਦ ਮੈਂ ਅੱਜ ਮਾਂ-ਬਾਪ ਦੇ ਕੋਲ ਹੁੰਦਾ, ਅੱਜ ਮੈਂ ਇੱਥੇ ਸੀ। ਪਰ ਜੀ ਜਦੋਂ ਜਿਹਨੇ ਜਾਣਾ ਹੈ, ਉਹ ਪਰਮਾਤਮਾ ਨੇ, ਸੱਚੇ ਪਾਤਸ਼ਾਹ ਨੇ ਟਾਈਮ ਫਿਕਸ ਕੀਤਾ ਹੁੰਦਾ, ਉਹਨੇ ਚਲੇ ਜਾਣਾ ਹੈ। ਬਸ ਇਸ ਦੁੱਖ ਦੀ ਘੜੀ 'ਚ ਆਪਾਂ ਸਾਰੇ ਅੱਜ ਬਿੰਨੂ ਦੇ ਨਾਲ ਸ਼ਾਮਲ ਹੋਏ ਆ। ਸੱਚੇ ਪਾਤਸ਼ਾਹ ਉਹਨੂੰ ਮੈਂ ਇਹੀ ਕਹੂੰਗੀ ਜੀ, ਸਾਡੇ ਮਾਤਾ ਜੀ ਨੂੰ ਆਪਦੇ ਚਰਨਾਂ 'ਚ ਨਿਵਾਸ ਦੇਣ, ਸ਼ਾਂਤੀ ਦੇਣ ਤੇ ਬਿੰਨੂ ਨੂੰ ਇਹ ਭਾਣਾ ਮੰਨਣ ਦਾ। ਮਾਂ-ਬਾਪ ਜਾਣ ਦਾ ਦੁੱਖ ਬਹੁਤ ਵੱਡਾ ਦੁੱਖ ਹੁੰਦਾ, ਲੱਗਦਾ ਕਿ ਬਹੁਤ ਮਾਪੇ ਨਹੀਂ ਥਿਆਉਂਦੇ ਜੀ। ਐਵੇਂ ਤਾਂ ਨਹੀਂ ਕਹਾਵਤਾਂ ਬਣੀਆਂ, 3 ਰੰਗ ਨਹੀਂ ਲੱਭਣੇ, ਹੁਸਨ ਜਵਾਨੀ ਤੀਜੇ ਮਾਪੇ। ਇਹ ਮਾਪੇ ਕਦੇ ਨਹੀਂ ਲੱਭਦੇ ਜੀ। ਮੈਂ ਸੱਚੇ ਪਾਤਸ਼ਾਹ ਅੱਗੇ ਇਹੀ ਦੁਆ ਕਰਦੇ ਆ ਕਿ ਮਾਪਿਆਂ ਦੀ ਸ਼ਾਨ ਸਦਾ ਸਾਡੇ ਸਿਰਾਂ ਤੇ ਬਣੀ ਰਹੇ। ਦੇਖੋ ਜਾਣਾ ਸਭ ਨਹੀਂ ਹੈ ਜੀ, ਵਾਰੀ ਸਭ ਦੀ ਆ ਜਾਣੀ ਹੈ, ਪਰ ਸੱਚੇ ਪਾਤਸ਼ਾਹ ਮੈਂ ਸੱਚੀ ਇਹੀ ਕਹਿੰਦੀ ਕਿ ਮਾਂ-ਬਾਪ ਹਮੇਸ਼ਾ ਸਾਡੇ ਸਿਰਾਂ ਤੇ ਬਣੇ ਰਹਿਣ। ਉਹ ਯੰਗ ਨੌਜਵਾਨ ਪੀੜ੍ਹੀ ਨੂੰ ਅੱਜ ਕੱਲ੍ਹ ਕੀ ਕਹੋਗੇ ਮਾਂ-ਬਾਪ ਦੀ ਸੇਵਾ ਕਰਨ ਦੇ ਲਈ? ਨੌਜਵਾਨ ਪੀੜ੍ਹੀ ਨੂੰ ਇਹੀ ਕਹਾਂਗੇ ਜੀ ਕਿ ਉਹੀ ਮਾਂ-ਬਾਪ ਹੈ ਜਿਹੜੇ ਸਾਨੂੰ ਇਹ ਦੁਨੀਆ ਦਿਖਾਉਂਦੇ ਆ, ਸਾਨੂੰ ਇਸ ਕਾਬਲ। ਬਿੰਨੂ ਤਾਂ ਇੱਕ ਉਦਾਹਰਨ ਹੈ ਕਿ ਇਸ ਕਾਬਲ ਬਿੰਨੂ ਨੂੰ ਮਾਂ-ਬਾਪ ਨਹੀਂ ਬਣਾਇਆ। ਜੇ ਬੈਕ ਸਪੋਰਟ ਮਿਲੀ ਹੈ ਤਾਂ ਬਿੰਨੂ ਇੱਥੋਂ ਤੱਕ ਪਹੁੰਚਿਆ। ਸੋ ਸੱਚੀ ਮਾਂ-ਬਾਪ ਦੀ ਸੇਵਾ ਕਰੋ। ਤੇ ਉਹ ਕੁਛ ਨਹੀਂ ਚਾਹੁੰਦੇ ਜੀ, ਉਹ ਇਹੀ ਚਾਹੁੰਦੇ ਕਿ ਇੱਕ ਵਾਰ ਬੱਚਾ ਆਵੇ। ਠੀਕ ਹੈ, ਅੱਜ ਦੀ ਜਿਹੜੀ ਜ਼ਿੰਦਗੀ ਹੈ ਬਹੁਤ ਰੁਝੇਵਿਆਂ ਭਰੀ ਹੈ, ਪਰ ਜੇ ਇੱਕ ਵਾਰੀ ਅਸੀਂ ਮਾਂ-ਬਾਪ ਨੂੰ ਇਹੀ ਪੁੱਛ ਲੈਂਦੇ ਆ ਕਿ ਵੀ ਜੀ ਪਾਪਾ ਜੀ ਤੁਸੀਂ ਠੀਕ ਹੋ, ਤੁਹਾਨੂੰ ਕੁਝ ਚਾਹੀਦਾ ਹੈ ਦੱਸੋ, ਇੰਨੇ ਨਾਲ ਹੀ ਮਾਂ-ਬਾਪ ਖੁਸ਼ ਹੋ ਜਾਂਦੇ ਆ। ਸੋ ਕਿਤੇ ਜਾਣ ਦੀ ਲੋੜ ਨਹੀਂ ਜੀ ਸਾਨੂੰ, ਕਿਤੇ ਵੀ ਕਿਸੇ ਗੁਰਦੁਆਰਾ ਮੰਦਿਰ ਕਿਤੇ ਵੀ ਜਾਣ ਦੀ ਲੋੜ ਨਹੀਂ। ਮਾਂ-ਬਾਪ ਦੀ ਸੇਵਾ 'ਚ ਹੀ ਸਭ ਕੁਛ ਹੈ ਜੀ। ਸੋ ਮਾਂ-ਬਾਪ ਦੀ ਸੇਵਾ ਜ਼ਰੂਰ। ਅਦਾਕਾਰ ਦੀਪ ਸਿੱਧੂ ਵੀ ਚਲਾ ਗਿਆ ਅਚਾਨਕ, ਕੀ ਕਹੋਗੇ? ਹਾਏ ਉਹ ਸਾਡਾ ਵੀਰ, ਛੋਟਾ ਵੀਰ ਜੀ। ਬਸ ਇਹੀ ਕਹੂੰਗੀ ਜੀ, ਇੱਕ ਬਹੁਤ ਹੀ ਉਦਮੀ, ਬਹੁਤ ਹੀ ਚੰਗੀ ਵਿਚਾਰਧਾਰਾ ਦਾ ਨੌਜਵਾਨ ਆ ਜਿਹੜਾ ਸਾਡੇ ਕੋਲ ਵਿਛੜ ਗਿਆ। ਦੁਬਾਰਾ ਦੀਪ ਸਿੱਧੂ ਨੇ ਨਹੀਂ ਆਉਣਾ ਜੀ। ਦੀਪ ਸਿੱਧੂ ਹੀ ਸੀ। ਸੱਚੇ ਪਾਤਸ਼ਾਹ ਉਹਨੂੰ ਵੀ ਆਪਦੇ ਚਰਨਾਂ 'ਚ ਨਿਵਾਸ ਦੇਵੇ ਜੀ। ਤੇ ਅਸੀਂ ਸਾਰੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਦੀ ਵਿਚਾਰਧਾਰਾ ਨੂੰ ਅੱਗੇ ਵਧਾਈਏ, ਤੋਰੀਏ। ਬਸ ਇਹੀ ਕਹੂੰਗੀ। ਸਭ ਤੋਂ ਜਿਹੜਾ ਨਜ਼ਦੀਕੀ ਰਿਸ਼ਤਾ ਅਸੀਂ ਸਮਝਦੇ ਹਾਂ ਕਿ ਉਹ ਮਾਂ ਦਾ ਰਿਸ਼ਤਾ ਹੁੰਦਾ। ਉਹ ਰਿਸ਼ਤੇ ਦਾ ਚਲੇ ਜਾਣਾ ਸਾਡੇ ਵਿੱਚੋਂ, ਸਾਡਾ ਇੱਕ ਪਰਿਵਾਰ ਹੈ, ਇੱਕ ਫਿਲਮੀ ਪਰਿਵਾਰ ਹੈ। ਬਿੰਨੂ ਢਿੱਲੋਂ ਉਹਨਾਂ ਦੇ ਮਾਤਾ ਨਰਿੰਦਰ ਕੌਰ ਜੀ ਢਿੱਲੋਂ ਅੱਜ ਸਾਡੇ ਚਲੇ ਗਏ। ਜਦੋਂ ਬੰਦੇ ਦੇ ਪਿੱਛੇ ਪੇਰੈਂਟਸ ਬੈਠੇ ਨੇ ਤਾਂ ਬੰਦਾ ਬੜੇ ਚੰਗੇ ਤਰੀਕੇ ਨਾਲ, ਅੱਜ ਤੱਕ ਬਿੰਨੂ ਨੂੰ ਕੋਈ ਫਿਕਰ ਨਹੀਂ ਸੀ ਕੰਮ ਕਰਦਾ, ਚਾਹੇ ਦੇਰ ਆਵੇ ਸਵੇਰ ਆਵੇ। ਪਰ ਉਹਦੇ ਜਾਣ ਨਾਲ ਇੱਕ ਜਿਹੜੀ ਮਾਯੂਸੀ ਦਾ ਆਲਮ ਹੈ, ਮੈਂ ਕਹਿੰਦਾ ਵੀ ਸਾਰੀ ਇੰਡਸਟਰੀ 'ਚ ਹੈ, ਕਿਉਂਕਿ ਬਿੰਨੂ ਢਿੱਲੋਂ ਇੱਕ ਪ੍ਰੋਡਿਊਸਰ ਵੀ ਹੈ, ਇੱਕ ਹੀਰੋ ਵੀ ਹੈ। ਸੋ ਉਹਦੇ ਨਾਲ ਸਾਨੂੰ ਘਾਟਾ ਤਾਂ ਇਹੋ ਜਿਹਾ ਪੈਂਦਾ, ਇਹ ਘਾਟਾ ਤਾਂ ਕਦੇ ਪੂਰਾ ਹੀ ਨਹੀਂ ਹੋ ਸਕਦਾ। ਮਾਂ ਦਾ ਘਾਟਾ ਦੁਨੀਆ 'ਚ ਕਿਸੇ ਸ਼ਾਇਰ ਨੇ ਕਿਹਾ ਕਿ ਮਾਂ ਵਰਗਾ ਕਣ ਸ਼ਾਮਾਂ ਬੂਟਾ ਮਨ ਜੱਗ ਤੇ ਨਜ਼ਰ ਨਾ ਆਵੇ, ਜਿਹ ਤੋਂ ਲੈ ਕੇ ਛਾਂ ਦਾ ਰੱਬ ਨੇ ਸਵਰਗ ਬਣਾਏ। ਸੋ ਮਾਂ ਆਪਣੇ ਆਪ ਸਵਰਗ ਹੈ, ਜਿਹੜੀ ਬੱਚਿਆਂ ਨੂੰ ਪਾਲ ਕੇ ਵੱਡਾ ਕਰਦੀ ਹੈ। ਹੁਣ ਜਦੋਂ ਬਿੰਨੂ ਢਿੱਲੋਂ ਦਾ ਦੁਨੀਆ 'ਚ ਨਾ ਹੋਇਆ, ਫਿਲਮਾਂ 'ਚ ਨਾ ਹੋਇਆ, ਤਾਂ ਮਾਤਾ ਪਿਤਾ ਨੇ ਉਹ ਸੁੱਖ ਦੇਖਣਾ ਹੁੰਦਾ ਹੈ, ਉਹ ਸੁੱਖ ਮੰਨਣਾ ਹੁੰਦਾ ਹੈ। ਮਾਂ ਤਾਂ ਛੋਟੀ ਉਮਰ ਲੱਗਦੀ ਹੈ ਕਿ ਮੇਰਾ ਪੁੱਤ ਪਤਾ ਨਹੀਂ ਕੀ ਬਣੂਗਾ, ਇਹ ਜ਼ਿੰਦਗੀ 'ਚ ਕੀ ਕਰੇਗਾ। ਖਾਸ ਕਰਕੇ ਜਿਹੜੇ ਅਸੀਂ ਐਕਟਰ ਲੋਕ ਹਾਂ, ਸਾਡੇ ਤਾਂ ਆਸ ਨਹੀਂ ਹੁੰਦੀ ਵੀ ਨਾ ਬਣੂਗਾ ਨਹੀਂ ਬਣੂਗਾ। ਪਰ ਜਦੋਂ ਹੁਣ ਰੱਬ ਦੀ ਕਿਰਪਾ ਹੋਈ ਹੈ ਬਿੰਨੂ ਹੋਰਾਂ 'ਤੇ, ਉਦੋਂ ਮਾਤਾ ਜੀ ਦਾ ਚਲੇ ਜਾਣਾ ਖਰੇ ਵੱਡੇ ਦੁੱਖ ਦੀ ਗੱਲ ਹੈ। ਅਸੀਂ ਸਾਰੀ ਇੰਡਸਟਰੀ, ਸਾਡੀ ਐਸੋਸੀਏਸ਼ਨ ਪੰਜਾਬੀ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦੁੱਖ ਵਿੱਚ ਸ਼ਰੀਕ ਆ, ਉਹਨਾਂ ਦੇ ਨਾਲ ਖੜੇ ਆ। ਪਿਤਾ ਜੀ ਵੀ ਮੰਜੇ ਤੇ ਪਿਆ, ਬਿਮਾਰ ਨੇ। ਇਹ ਹੋਰ ਵੱਡੀ ਗੱਲ ਹੈ। ਇੱਕ ਤਾਂ ਵੈਸੇ ਵੀ ਗੱਲ ਹੁੰਦੀ ਹੈ, ਇਹਨਾਂ ਉਮਰਾਂ 'ਚ ਜੀਵਨ ਸਾਥੀ ਜਦੋਂ ਚਲੇ ਜਾਂਦਾ ਸੋ ਦੂਜੇ ਸਾਥੀ ਨੂੰ ਬਹੁਤ ਧੱਕਾ ਲੱਗਦਾ ਨਾਲ ਦਾ। ਸੋ ਇਹ ਖਬਰ ਉਹਨਾਂ ਲਈ, ਬਾਪੂ ਜੀ ਹਰਬੰਸ ਸਿੰਘ ਉਹਨਾਂ ਲਈ ਤਾਂ ਖੈਰ ਬਹੁਤ ਵੱਡੀ ਖਬਰ ਹੈ, ਕਿਉਂਕਿ ਉਹਨਾਂ ਨੂੰ ਇੱਕਦਮ ਧੱਕਾ ਲੱਗਿਆ ਸੁਣ ਕੇ ਵੀ ਆਪਣੀ ਸਿਹਤ ਠੀਕ ਨਹੀਂ ਹੈ। ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਵੀ ਉਹਨਾਂ ਦੀ ਸਿਹਤ ਜਾਬੀ ਛੇਤੀ ਠੀਕ ਹੋਣ, ਤਾਂ ਕਿ ਬਿੰਨੂ ਹੋਰਾਂ ਨੂੰ ਹੁਣੇ ਮਾਂ ਦਾ ਦੁੱਖ ਲੱਗਿਆ ਤੇ ਉਹ ਪਿਤਾ ਵੱਲੋਂ ਹੌਸਲਾ ਲੈਣ, ਉਹ ਆਪਣੇ ਪਰਿਵਾਰ 'ਚ ਬੈਠਣਾ। ਕਿ ਦੀਪ ਸਿੱਧੂ ਵੀ ਅਚਾਨਕ ਹਾਦਸਾ ਹੁੰਦਾ ਹੈ, ਚਲੇ ਜਾਂਦੇ ਨੇ, ਕੀ ਕਹੋਗੇ ਫਿਲਮ ਇੰਡਸਟਰੀ ਨੂੰ ਕਿੰਨਾ ਕੁ ਘਾਟਾ ਪਿਆ? ਨਹੀਂ, ਦੀਪ ਸਿੱਧੂ ਵਾਲਾ ਤਾਂ ਗੱਲ ਤਾਂ ਚਲੋ, ਕਿਉਂਕਿ ਉਹ ਇੱਕ ਮਾਂ ਦਾ ਪੁੱਤ ਨੌਜਵਾਨ ਗਿਆ, ਇਹ ਤਾਂ ਬਹੁਤ ਮਾੜੀ ਗੱਲ ਹੈ ਜੀ। ਮਤਲਬ ਕਿਸੇ ਦਾ ਜਵਾਨ ਪੁੱਤ ਚਲੇ ਜਾਣਾ ਬਹੁਤ ਦੁੱਖ ਦੀ ਗੱਲ ਹੈ ਜੀ ਇਹ। ਤੇ ਕੀ ਜਾਂਚ ਦੀ ਵੀ ਗੱਲ ਉੱਠ ਰਹੀ ਹੈ ਕਿ ਜਾਂਚ ਹੋਣੀ ਚਾਹੀਦੀ ਹੈ, ਸ਼ੱਕ ਹੈ, ਲੋਕ ਕਹਿ ਰਹੇ ਨੇ। ਅੱਜ ਦੇ ਮੈਨੂੰ ਲੱਗਦਾ ਅੱਜ ਜਿੱਥੇ ਖੜੇ ਆ ਇਹੋ ਜਿਹੇ ਮਸਲੇ ਦਾ ਵਿਸ਼ਾ ਨਹੀਂ ਹੈਗਾ, ਉਹ ਹੋਰ ਵਿਸ਼ਾ ਹੈ, ਉਹ 'ਤੇ ਆਪਾਂ ਅਲੱਗ ਗੱਲ ਕਰ ਸਕਦੇ ਹਾਂ।
ਬਿਲਕੁਲ ਧੰਨਵਾਦ ਜੀ। ਦੱਸ ਦਈਏ ਕਿ ਸੰਗਰੂਰ ਵਿਖੇ ਦੁੱਖ ਸਾਂਝਾ ਕਰਨ ਲਈ ਅੰਤਿਮ ਅਰਦਾਸ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਪੰਜਾਬੀ ਕਲਾਕਾਰ ਨੇ ਉਹ ਪਹੁੰਚ ਰਹੇ ਨੇ। ਸੰਗਰੂਰ ਤੋਂ ਕੈਮਰਾ ਸਿਮਿਤ ਦੇ ਨਾਲ ਸੁੱਖਾ ਖੇੜੀਵਾਲਾ।